सारी जगह से गए, सानू कोई जवाब नहीं मिलिया। MLA जड़ा वो भी साडे खिलाफ बोलता। 2 लड़ाइयां लड़ियां पाकिस्तान ते तीजी एक लड़ी पुर्तगालियां ना जाना, एक चाइना ना। फौजी रहने देश की सेवा की देश की सेवा ਜਿਹੜੀ ਆ ਸਾਨੂੰ ਮਿਲ ਰਹੀ ਹੈ। ਕਿ ਪੁਰਾਣੀਆਂ ਰਜਿਸਟਰੀਆਂ ਹੋਣ ਦੇ ਬਾਵਜੂਦ ਬਿਨਾਂ ਮਨਜ਼ੂਰੀ ਲਿਆ ਡਿਪਟੀ ਕਮਿਸ਼ਨਰ ਦੀ ਜਿਹੜੀ ਆ ਉਹ ਕਿੱਦਾਂ ਪਟਵਾਰੀ ਸਾਹਿਬ ਰਜਿਸਟਰੀ ਕਰ ਸਕਦੇ ਨੇ, ਇਸ ਬਾਬਤ ਤੁਸੀਂ ਦੱਸਿਓ ਜੀ ਕਿ ਮਨਜ਼ੂਰੀ ਲਈ ਗਈ ਆ ਜਾਂ ਸਿੱਧਾ ਹੀ ਜਿਹੜਾ ਵਾ ਇੰਤਕਾਲ ਕਰ ਦਿੱਤਾ ਗਿਆ? ਨਹੀਂ, ਮਨਜ਼ੂਰੀ ਨਹੀਂ ਲਈ ਗਈ, ਬਾਕੀ ਇੰਤਕਾਲ ਸਿੱਧਾ ਹੀ ਕਰ ਦਿੱਤਾ। ਇਹ ਜਿਹੜਾ ਦੋਵਾਂ ਧਿਰਾਂ ਦਾ ਮੈਟਰ ਜ਼ਮੀਨ ਸੰਬੰਧੀ ਮੈਟਰ ਹੈ ਜੀ, ਸਾਡੇ ਧਿਆਨ ਦੇ ਵਿੱਚ ਹੈਗਾ ਗਾ। ਇਹਦੇ ਰਿਗਾਰਡਿੰਗ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਸੀਗਾ, ਬਟ ਇੱਕ ਪਾਰਟੀ ਕੋਲ ਜਿਹੜਾ ਸਟੇਟਸ ਕੋ ਹੈਗਾ, ਦੂਸਰੀ ਕੋਲ ਸਟੇ ਲਿਆ ਹੋਇਆ ਵਾ। ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਸ਼ੌਰਾ ਸਿੰਘ ਪੰਨੂ। ਭਾਰਤ ਦੇਸ਼ ਖਾਤਰ ਪਾਕਿਸਤਾਨ, ਚੀਨ ਅਤੇ ਪੁਰਤਗਾਲੀਆਂ ਨਾਲ 4 ਜੰਗਾਂ ਲੜਨ ਵਾਲੇ ਅਤੇ ਫੌਜ ਦੀ ਪੂਰੀ ਕੋਰ ਦੀ ਤਨਖਾਹ ਦੇ ਨਦੀ ਵਿੱਚ ਰੁੜੇ ਕਰੋੜਾਂ ਰੁਪਏ ਜਾਨ ਦੀ ਬਾਜੀ ਲਗਾ ਕੇ ਬਚਾਉਣ ਵਾਲੇ ਸਾਬਕਾ ਫੌਜੀ ਕੇਰ ਸਿੰਘ ਨੂੰ ਅੱਜ ਆਪਣੀ ਜੱਦੀ ਜ਼ਮੀਨ ਦਾ ਇੱਕ ਟੁਕੜਾ ਬਚਾਉਣ ਲਈ ਬੁੱਢੇ ਬਾਰੇ ਧੱਕੇਸ਼ਾਹੀ ਨਾਲ ਇਨਸਾਫ ਖਾਤਰ ਲੜਨਾ ਪੈ ਰਿਹਾ ਹੈ। ਜ਼ਿਲ੍ਹਾ ਤਰਨਤਾਰਨ ਦੀ ਪੱਟੀ ਤਹਿਸੀਲ ਦੇ ਪਿੰਡ ਸੂਰਮਿੰਡ ਦੇ ਨਿਵਾਸੀ ਸਾਬਕਾ ਫੌਜੀ ਕੇਰ ਸਿੰਘ ਦਾ ਦੋਸ਼ ਹੈ ਕਿ ਸਾਬਕਾ ਫੌਜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦਿਆਂ ਮੇਰੀ ਜੱਦੀ ਜ਼ਮੀਨ 2 ਕਨਾਲ 18 ਮਰਲੇ ਸਿਆਸੀ ਦਬਾਅ ਹੇਠ ਸ਼ਰੇਆਮ ਮਾਲ ਵਿਭਾਗ ਦੇ ਪਟਵਾਰੀ ਲਖਵਿੰਦਰ ਸਿੰਘ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨੇੜਲੇ ਪਿੰਡ ਦੇ ਕਿਸੇ ਹੋਰ ਵਿਅਕਤੀ ਦੇ ਨਾਮ ਤਬਦੀਲ ਕਰ ਦਿੱਤੀ ਗਈ ਹੈ। ਸਾਬਕਾ ਫੌਜੀ ਕੇਰ ਸਿੰਘ ਨੇ ਕਿਹਾ ਕਿ ਪਟਵਾਰੀ ਵੱਲੋਂ 35-40 ਸਾਲ ਪੁਰਾਣੀ ਮੇਰੇ ਤਾਏ ਸ਼ਾਮ ਸਿੰਘ ਵੱਲੋਂ ਕੀਤੀ ਕਿਸੇ ਬੇਨਾਮਾ ਰਜਿਸਟਰੀ ਦਾ ਹਵਾਲਾ ਦੇ ਕੇ ਮੇਰੀ ਜ਼ਮੀਨ ਹੋਰ ਕਿਸੇ ਦੇ ਨਾਮ ਇੰਤਕਾਲ ਕਰ ਦਿੱਤੀ ਗਈ ਹੈ, ਜਦਕਿ ਕਾਨੂੰਨ ਮੁਤਾਬਕ ਕੋਈ ਵੀ ਰਜਿਸਟਰੀ 3 ਸਾਲ ਤੋਂ ਬਾਅਦ ਇੰਤਕਾਲ ਕਰਾਉਣ ਲਈ SDM ਜਾਂ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਲੈਣੀ ਹੁੰਦੀ ਹੈ। ਸਾਬਕਾ ਫੌਜੀ ਦਾ ਕਹਿਣਾ ਸੀ ਕਿ ਪਟਵਾਰੀ ਵੱਲੋਂ ਇੱਕ ਹੋਰ ਗੱਲ ਕਹੀ ਜਾ ਰਹੀ ਹੈ ਕਿ ਜ਼ਮੀਨ ਇਹ ਪਹਿਲਾਂ ਸ਼ਾਮ ਸਿੰਘ ਨੇ ਸਾਨੂੰ ਗਹਿਣੇ ਕੀਤੀ ਸੀ, ਜਿਸ ਦੇ ਪੈਸੇ ਸ਼ਾਮ ਸਿੰਘ ਵੱਲੋਂ ਅਦਾਲਤ ਵਿੱਚ ਰੱਖ ਕੇ ਪਹਿਲਾਂ ਇੰਤਕਾਲ ਫੱਕ ਕੀਤਾ ਗਿਆ ਹੈ, ਜਦਕਿ ਨਾ ਤਾਂ ਸਾਨੂੰ ਕਿਸੇ ਵੱਲੋਂ ਕੋਈ ਸੁਨੇਹਾ ਜਾਂ ਨੋਟਿਸ ਮਿਲਿਆ ਹੈ ਅਤੇ ਨਾ ਹੀ ਸਾਨੂੰ ਕੋਈ ਪੈਸਾ ਮਿਲਿਆ ਹੈ, ਨਾ ਹੀ ਉਸ ਇੰਤਕਾਲ ਵਿੱਚ ਕਿਧਰੇ ਅਦਾਲਤ ਦੇ ਕਿਸੇ ਹੁਕਮ ਦਾ ਵੇਰਵਾ ਹੈ ਤੇ ਨਾ ਹੀ ਕਦੇ ਅਸੀਂ ਸ਼ਾਮ ਸਿੰਘ ਤੋਂ ਕੋਈ ਜ਼ਮੀਨ ਗਹਿਣੇ ਲਈ ਸੀ। ਇੱਥੇ ਹੀ ਬਸ ਨਹੀਂ, ਸਾਬਕਾ ਫੌਜੀ ਕੇਰ ਸਿੰਘ ਵੱਲੋਂ ਆਪਣੇ ਨਾਲ ਹੋਈ ਬੇਇਨਸਾਫੀ ਸੰਬੰਧੀ ਮਾਨਯੋਗ ਅਦਾਲਤ ਪੱਟੀ ਦਾ ਦਰਵਾਜ਼ਾ ਖੜਕਾਇਆ ਗਿਆ, ਜਿੱਥੋਂ ਉਸ ਨੂੰ ਉਸ ਦੇ ਹੱਕ ਵਿੱਚ ਸਟੇ ਆਰਡਰ ਵੀ ਜਾਰੀ ਕੀਤਾ ਗਿਆ ਹੈ, ਜੋ ਕਿ ਬਕਾਇਦਾ ਮਾਲ ਵਿਭਾਗ ਦੀ ਜਮ੍ਹਾਂਬੰਦੀ ਵਿੱਚ ਦਰਜ ਹੈ। ਸਾਬਕਾ ਫੌਜੀ ਕੇਰ ਸਿੰਘ ਦਾ ਦੋਸ਼ ਹੈ ਕਿ ਅਦਾਲਤ ਦਾ ਸਟੇ ਆਰਡਰ ਹੋਣ ਦੇ ਬਾਵਜੂਦ ਨੇੜਲੇ ਪਿੰਡ ਭੈਣੀ ਗੁਰਮੁਖ ਸਿੰਘ ਦੇ ਸਰਪੰਚ ਅਤੇ ਉਸਦੇ ਸਾਥੀਆਂ ਵੱਲੋਂ ਮੇਰੀ ਜ਼ਮੀਨ ਵਿੱਚ ਬੀਜੀ ਫਸਲ ਵਾਹ ਦਿੱਤੀ ਗਈ ਹੈ, ਜਿਸ ਸੰਬੰਧੀ ਮੈਂ ਥਾਣਾ ਕੱਚਾ ਪੱਕਾ ਵਿਖੇ ਦਰਖਾਸਤ ਦਿੱਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਅਖੀਰ 112 ਨੰਬਰ ਪੁਲਿਸ ਹੈਲਪਲਾਈਨ ਤੇ ਵੀ ਸੂਚਨਾ ਦਿੱਤੀ, ਪਰ ਉਹ ਵੀ ਬੇਅਸਰ ਸਾਬਤ ਹੋਈ ਹੈ। ਆਓ ਸੁਣਦੇ ਹਾਂ ਪਹਿਲਾਂ ਸਾਬਕਾ ਫੌਜੀ ਕੇਰ ਸਿੰਘ, ਫਿਰ ਪਟਵਾਰੀ ਲਖਵਿੰਦਰ ਸਿੰਘ ਅਤੇ SHO ਕੱਚਾ ਪੱਕਾ ਮੈਡਮ ਸੋਨੇ ਕੀ ਕਹਿੰਦੇ ਨੇ ਇਸ ਮਾਮਲੇ ਸੰਬੰਧੀ। ਆਓ ਪਹਿਲਾਂ ਸੁਣਦੇ ਹਾਂ ਪੀੜਤ ਕੇਰ ਸਿੰਘ ਸਾਬਕਾ ਫੌਜੀ ਹੋਣੀ ਕੀ ਕਹਿੰਦੇ ਨੇ। ਕਿੱਥੇ ਨੌਕਰੀ ਕੀਤੀ? ਗਾਰਡ ਬਟਾਲੀਅਨ। ਕਿੰਨਾ ਚਿਰ? 15 ਸਾਲ 40 ਦਿਨ। ਤੇ ਕੀ ਗੱਲ ਕੀ ਹੁਣ ਤੁਹਾਨੂੰ ਕੀ ਪ੍ਰੋਬਲਮ ਕੀ ਆ? ਪ੍ਰੋਬਲਮ ਮੈਨੂੰ ਇਹ ਆ, ਮੇਰੀ ਜ਼ਬਰਦਸਤ ਮੇਰੀ ਪੈਲੀ ਤੇ ਕਬਜ਼ਾ ਕਰਨਾ ਚਾਹੁੰਦੇ ਆ। ਕੌਣ? ਇਹ ਭੈਣੀ ਦੇ ਬੰਦੇ ਆ, ਭੈਣੀ ਗੁਰਬਖਸ਼ ਸਿੰਘ, ਸਤਨਾਮ ਸਿੰਘ ਸੱਤੋ, ਸਤਵੰਤ ਸਿੰਘ ਨਾ ਸਤਨਾਮ ਸਿੰਘ ਸੱਤੋ, ਸਤਨਾਮ ਸਿੰਘ ਸੱਤੋ, ਸਰਪੰਚ ਤੇ ਜਿੱਸੇ ਦੇ ਮੁੰਡੇ ਸਤਵੰਤ ਜਸਵੰਤ ਸਰਪੰਚ ਦੇ ਉਹਦੇ ਮੁੰਡੇ ਜੱਸੇ ਦੇ, ਜੱਸੇ ਦੇ ਮੁੰਡੇ ਇਹ ਮਲਕੀਤ ਸਿੰਘ, ਰਣਜੋਤ ਸਿੰਘ, 5 ਜਾਣੇ, ਇਹ ਸਾਰਾ ਗਰੁੱਪ ਇਕੱਠਾ। ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ, ਜਾਨੇ ਤੁਸੀਂ ਥਾਣੇ ਚੌਂਕੀ ਗਏ ਜੇ? ਸਭ ਜਗ੍ਹਾ ਗਏ, ਸਾਰੀ ਜਗ੍ਹਾ ਤੇ ਗਏ, ਸਾਨੂੰ ਕੋਈ ਜਵਾਬ ਨਹੀਂ ਮਿਲਿਆ। MLA ਜਿਹੜਾ ਉਹ ਵੀ ਸਾਡੇ ਖਿਲਾਫ ਬੋਲਦਾ। ਅਸੀਂ ਜਿਨ੍ਹਾਂ ਵਾਸਤੇ ਤੁਸੀਂ ਦੇਸ਼ ਦੀ ਨੌਕਰੀ ਕੀਤੀ ਆ, ਪਾਕਿਸਤਾਨ ਦੇ ਮੈਡਲ ਤੁਹਾਡੇ ਕੋਲ ਆ? ਹਾਂਜੀ, ਸਾਡੇ ਸਾਰੇ ਕੋਲ 2 ਲੜਾਈਆਂ ਲੜੀਆਂ ਪਾਕਿਸਤਾਨ ਤੇ ਤੀਜੀ ਇੱਕ ਲੜੀ ਪੁਰਤਗਾਲੀਆਂ ਨਾਲ ਜਾਣਾ, ਇੱਕ ਚਾਈਨਾ ਨਾਲ। 71 ਦੀ ਲੜੀ ਤੁਸੀਂ ਬੰਗਲਾਦੇਸ਼ ਦੀ? ਬਿਲਕੁਲ। ਕਿੰਨਾ ਚਿਰ ਨੌਕਰੀ ਕੀਤੀ ਬਾਬਾ? ਸਨ 65 ਦੀ ਚੀਨ ਦੀ ਲੜੀ ਆ, ਚੀਨ ਦੀ ਵੀ, ਚੀਨ ਦੀ ਵੀ। ਪਾਕਿਸਤਾਨ ਦੀ ਸਨ 65, ਸਨ 65 ਲੜੀ, ਸਨ 71 ਲੜੀ ਪਾਕਿਸਤਾਨ ਨਾਲ। ਉਹ ਸਨ 61 ਚ ਪੁਰਤਗਾਲੀਆਂ ਨਾਲ ਲੜੀ।
ਟੋਟਲ ਕਿੰਨੀਆਂ ਲੜਾਈਆਂ ਲੜ ਚੁੱਕੇ ਜਦੋਂ ਤੁਸੀਂ ਭਰਤੀ ਹੋਏ? 4 4 ਲੜਾਈਆਂ। ਹਾਂ ਇੱਕ ਪੁਰਤਗਾਲ ਨਾਲ ਹਾਂਜੀ ਤੇ ਇੱਕ ਪਾਕਿਸਤਾਨ ਨਾਲ 2, ਪਾਕਿਸਤਾਨ ਨਾਲ 2 ਚੀਨ ਨਾਲ 1। ਚੀਨ ਨਾਲ 1 ਤੇ ਪੁਰਤਗਾਲ ਨਾਲ 1 ਤੇ ਸਨ 61 ਚ ਕਿਹੜੀ ਕਿਹੜੀ ਜਗ੍ਹਾ ਤੁਹਾਡੀ ਪੋਸਟਿੰਗ ਰਹੀ ਹੈ? ਜਿੱਥੇ ਪੈਸੇ ਡਿੱਗੇ ਸੀ ਉਹ ਕਿਹੜੀ ਜਗ੍ਹਾ ਸੀ? ਉਹ ਸਿੱਕਮ ਏਰੀਆ। ਸਿੱਕਮ ਏਰੀਆ ਦਾ ਨਾਂ ਕੀ? ਉਹ ਏਰੀਏ ਦੇ ਨਾਂ ਦਾ ਨਹੀਂ ਪਤਾ। ਤੁਸੀਂ ਹੁਣੇ ਬੋਲਿਆ ਸੀਗਾ। ਜੁਲਕ 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 ਉਸ ਏਰੀਆ ਦਾ ਨਾਮ ਆ ਹਾਂ ਜਿੱਥੇ ਪੈਸੇ ਗਿਰੇ ਸੀਗੇ ਪੂਰੀ ਕੋਰ ਦੇ, ਤੁਸੀਂ ਕੱਢੇ ਥੱਲੇ ਜਾ ਕੇ ਡਿੱਗੇ ਆ ਨਾਲੇ 'ਚ ਡਿੱਗੇ, ਉੱਥੋਂ ਜਾ ਕੇ ਪੈਸੇ ਕੱਢੇ। ਉੱਥੋਂ ਜਾ ਕੇ ਪੈ ਉਹ ਪੈਸਾ ਕਾਹਦਾ ਸੀ? ਕੋਰ ਦੀ ਤਨਖਾਹ ਹੈ। ਕੀ ਮਾਮਲਾ ਹੈ ਜੀ? ਉਹਨਾਂ ਦਾ ਕਹਿਣਾ ਪਟਵਾਰੀ ਸਾਹਿਬ ਜਿਹੜੇ ਆ ਉਹ ਉਹਨਾਂ ਨੇ ਗਲਤ ਇੰਤਕਾਲ ਕੀਤਾ। ਇਹ ਜੀ ਮਾਮਲਾ ਇਹ ਆ ਵੀ ਉਹਨਾਂ ਨੇ ਪਹਿਲੋਂ ਨਾ ਗਹਿਣੇ ਕੀਤੀ ਸੀ। ਗਹਿਣੇ ਕਰਨ ਤੋਂ ਬਾਅਦ ਮੁੜ ਕੇ ਉਹਨਾਂ ਨੇ ਅਦਾਲਤ ਵਿੱਚ ਪੈਸੇ ਤਾਰ ਕੇ ਰਸੀਦ ਲਿਆਂਦੀ ਤੇ ਇੱਕ ਉਹਨਾਂ ਕੋਲ ਬੈ ਦੀ ਰਜਿਸਟਰੀ ਆ। ਫਿਰ ਉਹਨਾਂ ਦੀ ਫੱਕ ਕਰਕੇ ਤੇ ਬੈਬ ਕੈਮੀ ਰਹਿਣ ਦਾ ਇੰਤਕਾਲ ਇੱਕ ਹੋਇਆ ਤੇ ਇਹੋ ਹੀ ਆ ਉਹਨਾਂ ਦਾ, ਹੋਰ ਤੇ ਉਹਨਾਂ ਦਾ ਕੋਈ ਚੱਕਰ ਨਹੀਂ ਗਾ। ਉਹਨਾਂ ਦਾ ਕਹਿਣਾ ਹੈ ਜੀ ਜੇਕਰ ਪਹਿਲੀ ਗੱਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਨਹੀਂ ਲਏ, ਸਾਡੇ ਪਿਓ ਦਾਦੇ ਨੇ ਰਹਿਣ ਜਿਹੜੀ ਆ ਸਾਂਝੇ ਖਾਤੇ 'ਚੋਂ ਜ਼ਮੀਨ ਜੇਕਰ ਲਈ ਵੀ ਹੋਊ ਤੇ ਚਲੋ ਅਸੀਂ ਮੰਨਦੇ ਆ, ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਰਹਿਣ ਜਿਹੜੀ ਆ ਫੱਕ ਹੋਈ ਆ, ਜਦ ਕਿ ਜਿਹੜੀ ਆ ਬੇਨਾਮਾ ਰਜਿਸਟਰੀ ਜਿਹੜੀ ਆ ਉਹ ਅਸੀਂ ਕਿਸੇ ਨੂੰ ਨਹੀਂ ਕਰਕੇ ਦਿੱਤੀ। ਜਿਹੜੀ ਆ ਜ਼ਮੀਨ ਉਹ ਕਿਸ ਆਧਾਰ ਤੇ ਪਟਵਾਰੀ ਸਾਹਿਬ ਵੱਲੋਂ ਕਰ ਦਿੱਤੀ ਗਈ ਆ, ਉਹ ਉਸ ਦਾ ਨਹੀਂ ਉਹਨਾਂ ਨੂੰ ਕੋਈ ਪਤਾ ਲੱਗਦਾ। ਜਿਹੜੇ ਬੰਦੇ ਨੇ ਬੈ ਆਪਣੇ ਗਹਿਣੇ ਕਰਾਈ ਇਹਨਾਂ ਰਜਿਸਟਰੀ, ਉਸੇ ਬੰਦੇ ਨੇ ਬੈ ਲਈ ਆ ਪਹਿਲੇ ਤੇ ਫਿਰ ਇਹ ਬੈ ਬਕੈਮੀ ਰਹਿਣ ਦਾ ਇੰਤਕਾਲ ਤਦ ਹੋਇਆ ਵਾ। ਇੱਕ ਉਹਨਾਂ ਦਾ ਇਹ ਦੋਸ਼ ਆ ਕਿ ਪੁਰਾਣੀਆਂ ਰਜਿਸਟਰੀਆਂ ਹੋਣ ਦੇ ਬਾਵਜੂਦ ਬਿਨਾਂ ਮਨਜ਼ੂਰੀ ਲਿਆ ਡਿਪਟੀ ਕਮਿਸ਼ਨਰ ਦੀ ਜਿਹੜੀ ਆ ਉਹ ਕਿੱਦਾਂ ਪਟਵਾਰੀ ਸਾਹਿਬ ਰਜਿਸਟਰੀ ਕਰ ਸਕਦੇ ਨੇ? ਇਸ ਬਾਬਤ ਤੁਸੀਂ ਦੱਸੋ ਜੀ, ਕਿ ਮਨਜ਼ੂਰੀ ਲਈ ਗਈ ਆ ਜਾਂ ਸਿੱਧਾ ਹੀ ਜਿਹੜਾ ਵਾ ਇੰਤਕਾਲ ਕਰ ਦਿੱਤਾ ਗਿਆ? ਨਹੀਂ, ਮਨਜ਼ੂਰੀ ਨਹੀਂ ਲਈ ਗਈ, ਬਾਕੀ ਇੰਤਕਾਲ ਸਿੱਧਾ ਹੀ ਕਰ ਦਿੱਤਾ ਗਿਆ ਵਾ। ਜਿਹੜਾ ਦੋਵਾਂ ਧਿਰਾਂ ਦਾ ਮੈਟਰ ਜ਼ਮੀਨ ਸੰਬੰਧੀ ਮੈਟਰ ਹੈ ਜੀ, ਸਾਡੇ ਧਿਆਨ ਦੇ ਵਿੱਚ ਹੈਗਾਗਾ। ਇਹਦੇ ਰਿਗਾਰਡਿੰਗ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਸੀਗਾ, ਬਟ ਇੱਕ ਪਾਰਟੀ ਕੋਲ ਜਿਹੜਾ ਸਟੇਟਸ ਕੋ ਹੈਗਾ, ਦੂਸਰੀ ਕੋਲ ਸਟੇ ਲਿਆ ਹੋਇਆ ਵਾ। ਉਹ ਦੋਨੋਂ ਪਾਰਟੀਆਂ ਨੂੰ ਟਾਈਮ ਵੀ ਦਿੱਤਾ ਗਿਆ ਸੀਗਾ, ਪਰ ਉਹ ਦੋਵੇਂ ਪਾਰਟੀਆਂ ਨਹੀਂ ਆਈਆਂ ਗਾ। ਤੇ ਜਿਹੜਾ ਕਹਿ ਰਹੇ ਨੇ ਪੱਠੇ ਵਾਹਣ ਵਾਲਾ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ। ਜਿਹੜੀ ਵੀ ਬਣਦੀ ਕਾਰਵਾਈ ਹੋਊਗੀ ਉਹਦੇ ਤੇ ਕੀਤੀ ਜਾਊਗੀ। ਮੈਡਮ ਜੀ ਕੋਈ 112 ਤੋਂ ਵੀ ਸ਼ਿਕਾਇਤ ਆਈ ਹੈ ਜੀ? ਹਾਂਜੀ, 112 ਦੀ ਕੰਪਲੇਂਟਸ ਆਈ ਸੀ। ਉਹ ਦੋਨਾਂ ਪਾਰਟੀਆਂ ਨੂੰ ਬੁਲਾਇਆ ਸੀ, ਟਾਈਮ ਦਿੱਤਾ ਗਿਆ ਸੀ ਉਹਦੀ ਰਿਗਾਰਡਿੰਗ। ਮੈਡਮ ਜੀ, ਜਿਸ ਤਰ੍ਹਾਂ ਸਾਬਕਾ ਫੌਜੀ ਕੇਰ ਸਿੰਘ ਕਹਿ ਰਹੇ ਨੇ ਕਿ ਉਹਨਾਂ ਦੇ ਨਾਲ ਮਾਲ ਵਿਭਾਗ ਦੇ ਵਿੱਚ ਵੀ ਰਾਫੇਰੀ ਹੋਈ ਆ, ਕੀ ਤੁਸੀਂ ਮਾਲ ਵਿਭਾਗ ਕੋਲ ਵੀ ਜਾ ਕੇ ਇਹਨਾਂ ਕਾਗਜ਼ਾਂ ਦੀ ਪੜਤਾਲ ਕਰੋਗੇ? ਉਹਨਾਂ ਨੂੰ ਵੀ ਹਾਂਜੀ ਨੋਟਿਸ ਜਾਰੀ ਕਰਕੇ ਬੁਲਾਇਆ ਜਾਊਗਾ। ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਉਹਦੇ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਜੀ? ਹਾਂਜੀ। ਪਟਵਾਰੀ ਲਖਵਿੰਦਰ ਸਿੰਘ ਹੋਰਾਂ ਤੋਂ ਇਲਾਵਾ ਐਸਐਚਓ ਕੱਚਾ ਪੱਕਾ ਵੱਲੋਂ ਦਿੱਤੇ ਗਏ ਵਰਚਨ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਸਾਬਕਾ ਫੌਜੀ ਕੇਰ ਸਿੰਘ ਅੱਜ ਬੁੱਢੇ ਬਾਰੇ ਇਨਸਾਫ ਲਈ ਕਿਉਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਨੇ। ਐਸਐਚਓ ਕੱਚਾ ਪੱਕਾ ਵੱਲੋਂ ਇਹ ਕਹਿਣਾ ਕਿ ਮਾਨਯੋਗ ਅਦਾਲਤ ਨੇ ਕੇਰ ਸਿੰਘ ਨੂੰ ਸਟੇ ਆਰਡਰ ਅਤੇ ਦੂਸਰੀ ਧਿਰ ਨੂੰ ਸਟੇਟਸ ਕੋ ਆਰਡਰ ਦਿੱਤਾ ਹੋਇਆ ਏ ਕੋਰਾ ਝੂਠ ਤੇ ਹਾਸੋਹੀਣਾ ਨਜ਼ਰ ਆਉਂਦਾ ਏ, ਕਿਉਂਕਿ ਅੱਜ ਤੱਕ ਕਦੇ ਵੀ ਕਿਸੇ ਅਦਾਲਤ ਨੇ ਇੱਕ ਮਾਮਲੇ ਵਿੱਚ 2 ਆਰਡਰ ਪਾਸ ਨਹੀਂ ਕੀਤੀ ਅਤੇ ਨਾ ਹੀ ਇੱਕ ਮਾਮਲਾ ਨੂੰ ਇੱਕੋ ਵਾਰ 2 ਥਾਵਾਂ ਤੇ ਸੁਣਿਆ ਜਾਂਦਾ ਏ। ਹੁਣ ਵੇਖਣਾ ਇਹ ਹੋਏਗਾ ਕਿ ਇਸ ਮਾਮਲੇ ਸੰਬੰਧੀ ਪੁਲਿਸ ਅਤੇ ਮਾਲ ਵਿਭਾਗ ਦੇ ਉੱਚ ਅਧਿਕਾਰੀ ਕੋਈ ਕਾਰਵਾਈ ਅਮਲ ਵਿੱਚ ਲਿਆਉਂਦੇ ਨੇ ਤਾਂ ਜੋ ਦੇਸ਼ ਖਾਤਰ ਹਿੱਕ ਕਢਾ ਕੇ ਲੜਨ ਵਾਲੇ ਸਾਬਕਾ ਫੌਜੀ ਕੇਰ ਸਿੰਘ ਨੂੰ ਇੱਕ ਸਾਬਕਾ ਫੌਜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਇਨਸਾਫ ਮਿਲ ਸਕੇ। ਖੈਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਮਿੰਦਰ ਸਿੰਘ ਭਾਟੀਆ ਦੇ ਨਾਲ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਤੋਂ ਪਿਸ਼ੌਰਾ ਸਿੰਘ ਪੰਨੂ ਦੀ ਰਿਪੋਰਟ।